ਨਾਵਲ ਅੱਧ ਖਿੜਿਆ ਫੁੱਲ ਦੇ 17ਵੇਂ ਅੰਗ ਦਾ ਬਾਕੀ ਦਾ ਭਾਗ। ਰਾਤ ਦੇ 8 ਵਜੇ ਦਾ ਵਕਤ ਸੀ। ਕੁਲਦੀਪ ਸਮਾਧੀ ਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਹੇਠੋਂ ਉਹਨੂੰ ਪ੍ਰਕਾਸ਼ ਦੇ ਬੋਲਣ ਦੀ ਆਵਾਜ਼ ਸੁਣਾਈ ਦਿੱਤੀ। ਮੰਜੇ ਤੋਂ ਉੱਠਿਆ, ਜੰਗਲੇ ਪਾਸ ਖਲੋ ਕੇ ਹੇਠਾਂ ਤੱਕਣ ਲੱਗਾ। ਹਨੇਰਾ ਹੋਣ ਕਰਕੇ ਉਹਨੂੰ ਵੇਖੇ ਜਾਣ ਦਾ ਕੋਈ ਖਤਰਾ ਨਹੀਂ ਸੀ। ਆਪਣੇ ਕਮਰੇ ਦੀ ਬੱਤੀ ਉਹਨੇ ਬੁਝਾ ਛੱਡੀ ਸੀ। ਵਿਹੜੇ ਦੀ ਇੱਕ ਨੁੱਕਰੇ ਬੈਠੀ ਪ੍ਰਕਾਸ਼ ਭਾਂਡੇ ਸਾਫ਼ ਕਰ ਰਹੀ ਸੀ। ਅੰਦਰੋਂ ਆਉਂਦੇ ਮੱਧਮ ਚਾਨਣ ਵਿੱਚ ਉਹਦਾ ਚਿਹਰਾ ਚਮਕ ਰਿਹਾ ਸੀ। ਝੱਟ ਕੁ ਖੜਾ ਰਹਿਣ ਤੋਂ ਬਾਅਦ ਉਹ ਚਿੱਥਾ ਪੈ ਕੇ ਆਪਣੇ ਕਮਰੇ 'ਚ ਚਲਾ ਗਿਆ। ਜਿਵੇਂ ਤਬੀਅਤ ਵਿੱਚ ਖਲਬਲਾਹਟ ਜਿਹੀ ਅਨੁਭਵ ਕਰਕੇ ਉਹ ਸਮਾਧੀ 'ਚ ਜਾ ਬੈਠਾ। ਚੋਖਾ ਚਿਰ ਮਨ ਨਾਲ ਘੋਲ ਕਰਦਾ ਰਿਹਾ। ਕੁਝ ਵੀ ਸਫਲਤਾ ਨਾ ਹੋ ਸਕੀ। ਅਖੀਰ ਲੰਮਾ ਪੈ ਗਿਆ। ਵਿਕੋ ਲਿਤਰੇ ਖਿਆਲਾਂ 'ਚ ਘੰਟਾ ਪੌਣਾ ਘੰਟਾ ਗੁੰਮ ਰਿਹਾ ਤੇ ਉਹਦੀ ਹਾਲਤ ਉਦੋਂ ਬਦਲੀ ਜਦੋਂ ਬਿਜਲੀ ਦਾ ਸਵਿੱਚ ਦਬਾ ਕੇ ਕਿਸੇ ਨੇ ਕਮਰੇ 'ਚ ਚਾਨਣ ਕਰ ਦਿੱਤਾ। ਉਹ ਇੱਕ ਬੇਝਿਜਕ ਨਜ਼ਰ ਨਾਲ ਉਹਦੇ ਚਿਹਰੇ ਵੱਲ ਤੱਕਿਆ। ਇੱਕੋ ਮਹੀਨੇ 'ਚ ਹੀ ਪ੍ਰਕਾਸ਼ ਦੇ ਅੰਗਾਂ ਉੱਤੇ ਕਿੰਨੀ ਰੌਣਕ ਆ ਗਈ ਹੈ। ਇਹ ਜਿਵੇਂ ਅਚਾਨਕ ਹੀ ਉਹਨੂੰ ਅੱਜ ਮਹਿਸੂਸ ਹੋਇਆ। ਅੱਜ ਕੁਲਦੀਪ ਆਪਣੀ ਕੁਝ ਪਛਾਣ ਦੀ ਖਾਹਿਸ਼ ਨੂੰ ਰੋਕਣ ਲਈ ਕਾਮਯਾਬ ਨਾ ਹੋ ਸਕਿਆ। ਉਹਨੇ ਆਪਣੀ ਦਿਲ ਦੀ ਪਕਿਆਈ ਨੂੰ ਜਾਂਚਦਿਆਂ ਆਵਾਜ਼ ਦਿੱਤੀ, ਪ੍ਰਕਾਸ਼। ਹਾਂਜੀ। ਪ੍ਰਕਾਸ਼ ਨੇ ਕੁਝ ਸੰਕੋਚਵੇਂ ਲਹਿਜੇ 'ਚ ਉੱਤਰ ਦਿੱਤਾ, ਦੁੱਧ ਵਾਪਸ ਲੈ ਜਾ। ਕੁਲਦੀਪ ਨੇ ਗੱਲਕੱਥ ਦਾ ਸਿਲਸਿਲਾ ਸ਼ੁਰੂ ਕਰਨ ਦਾ ਸ਼ਾਇਦ ਇਹੋ ਢੰਗ ਠੀਕ ਸਮਝਿਆ। ਕਿਉਂ ਜੀ? ਅੱਜ ਦਿਲ ਨਹੀਂ ਕਰਦਾ ਪੀਣ ਨੂੰ। ਪ੍ਰਕਾਸ਼ ਜਾਂਦੀ ਜਾਂਦੀ ਠਹਿਰ ਗਈ ਤੇ ਥੋੜ੍ਹਾ ਜਿਹਾ ਰੁੱਕ ਕੇ ਬੋਲੀ, ਪੀ ਲਓ। ਤੁਸੀਂ ਅੱਜ ਰੋਟੀ ਵੀ ਥੋੜ੍ਹੀ ਖਾਧੀ ਸੀ। ਤੇ ਉਹ ਬਾਹਰ ਨਿਕਲਣ ਲਈ ਬੂਹੇ ਵੱਲ ਵਧੀ। ਠਹਿਰ ਜ਼ਰਾ, ਕਹਿਣ ਦੇ ਨਾਲ ਕੁਲਦੀਪ ਸੋਚਣ ਲੱਗਾ, ਇਹਨੂੰ ਮੇਰੀ ਰੋਟੀ ਖਾਣ ਦਾ ਕੀ ਪਤਾ ਹੈ? ਕੀ ਇਹ ਮੇਰਾ ਇੰਨਾ ਖਿਆਲ ਰੱਖਦੀ ਹੈ? ਤੈਨੂੰ ਕਿਸ ਤਰ੍ਹਾਂ ਪਤਾ ਲੱਗਾ ਪ੍ਰਕਾਸ਼? ਬੂਹੇ 'ਚ ਰੁੱਕ ਕੇ ਪ੍ਰਕਾਸ਼ ਬੋਲੀ, ਪਹਿਲਾਂ ਤੁਸੀਂ 4 ਫੁਲਕੇ ਖਾਂਦੇ ਸੀ, ਫਿਰ 3 ਤੇ ਅੱਜ 2.5 ਖਾਧੇ ਜੇ। ਕੁਲਦੀਪ ਦੀ ਹੈਰਾਨੀ ਹੋਰ ਵਧੀ। ਤੂੰ ਮੇਰੇ ਫੁਲਕੇ ਗਿਣਦੀ ਰਹਿੰਦੀ ਹੈ? ਉਹ ਬੋਲੀ, ਜਿਹੜਾ ਨੌਕਰ ਆਪਣੇ ਮਾਲਕ ਦੀ ਖੁਰਾਕ ਦਾ ਖਿਆਲ ਨਹੀਂ ਰੱਖਦਾ ਉਹ ਨਮਕ ਹਲਾਲ ਨੌਕਰ ਨਹੀਂ ਹੋ ਸਕਦਾ। ਪਰ ਕੁਲਦੀਪ ਕੀ ਕਹਿਣਾ ਚਾਹੁੰਦਾ ਹੈ ਉਹ ਆਪ ਵੀ ਨਹੀਂ ਸੀ ਸਮਝ ਸਕਿਆ। ਉਹਦਾ ਵਾਕ ਪਰ ਉੱਤੇ ਹੀ ਅਟਕ ਗਿਆ। ਜ਼ਰਾ ਠਹਿਰ ਕੇ ਉਹਨੇ ਫੇਰ ਕਹਿਣਾ ਸ਼ੁਰੂ ਕੀਤਾ, ਪਰ ਤੈਨੂੰ ਸ਼ਾਇਦ ਇਹ ਨਹੀਂ ਪਤਾ ਕਿ ਮੇਰੀ ਖੁਰਾਕ ਕਿਉਂ ਘਟ ਰਹੀ ਏ ਦਿਨੋਂ ਦਿਨ। ਮੈਂ ਜਾਣਨ ਦੀ ਕੋਸ਼ਿਸ਼ ਕੀਤੀ ਸੀ ਪਰ ਜਾਣ ਨਾ ਸਕੀ, ਕਹਿ ਕੇ ਪ੍ਰਕਾਸ਼ ਨੇ ਇੱਕ ਅਜਿਹੀ ਨਜ਼ਰ ਨਾਲ ਉਸ ਵੱਲ ਤੱਕਿਆ ਜਿਹੜਾ ਕੁਲਦੀਪ ਦੇ ਧੁਰ ਹੇਠਲੀ ਤਹਿ ਤੀਕ ਉਤਰ ਗਈ। ਉਸ ਤਹਿ ਤੱਕ ਜਿੱਥੇ ਅੱਗੇ ਕਈਆਂ ਯਾਦਾਂ ਦਾ ਅੰਬਾਰ ਦੱਬਿਆ ਪਿਆ। ਸ਼ਾਇਦ ਉਹ ਸਾਰੀਆਂ ਯਾਦਾਂ ਇੱਕਦਮ ਉਛਲ ਕੇ ਕੁਲਦੀਪ ਦੇ ਗਲੇ ਤੱਕ ਆ ਗਈਆਂ, ਪਰ ਸਮੁੰਦਰ ਦੀ ਲਹਿਰ ਵਾਂਗ ਇੱਕ ਵਾਰੀ ਕੰਢੇ ਨਾਲ ਟਕਰਾ ਕੇ ਮੁੜ ਅਦਿੱਖ ਹੋ ਗਈਆਂ। ਕੁਲਦੀਪ ਨੂੰ ਕਾਂਬਾ ਜਿਹਾ ਆਇਆ। ਉਹਦੇ ਅੰਦਰ ਗਿਲਾਨੀ ਜਿਹੀ ਦਾ ਅਹਿਸਾਸ ਜਾਗ ਪਿਆ, ਪਰ ਇਹ ਸਾਰਾ ਕੁਝ ਮੁੜ ਉੱਥੇ ਹੀ ਦੱਬਿਆ ਗਿਆ। ਜਦ ਪ੍ਰਕਾਸ਼ ਨੂੰ ਉਹਨੇ ਕਹਿੰਦਿਆਂ ਸੁਣਿਆ, ਤੁਸੀਂ ਉਦਾਸ ਕਿਉਂ ਰਹਿੰਦੇ ਹੋ? ਕੁਲਦੀਪ ਨੇ ਉਹਦੇ ਚਿਹਰੇ ਤੋਂ ਕੁਝ ਪੜ੍ਹ ਸਕਣ ਦੀ ਕੋਸ਼ਿਸ਼ ਕਰਦਿਆਂ ਪੁੱਛਿਆ, ਤੈਨੂੰ ਕਿਸ ਤਰ੍ਹਾਂ ਪਤਾ ਕਿ ਮੈਂ ਉਦਾਸ ਰਹਿਣਾ? ਪ੍ਰਕਾਸ਼ ਨੇ ਕੋਈ ਉੱਤਰ ਨਾ ਦਿੱਤਾ। ਥੋੜ੍ਹੀ ਦੇਰ ਦੋਵੇਂ ਚੁੱਪ ਰਹੇ। ਕੁਲਦੀਪ ਕੁਝ ਕਹਿ ਨਹੀਂ ਲੱਗਾ ਸੀ। ਹੇਠੋਂ ਮਾਂ ਜੀ ਨੇ ਆਵਾਜ਼ ਦਿੱਤੀ, ਪ੍ਰਕਾਸ਼ ਕਾਕੇ ਨੂੰ ਲੈ ਆ ਕੇ, ਤੇ ਉਹ ਬਾਹਰ ਨਿਕਲ ਗਈ। ਕੁਲਦੀਪ ਨੇ ਆਵਾਜ਼ ਦਿੱਤੀ, ਗਲਾਸ ਲੈ ਜਾ। ਵਿਹਲਾ ਕਰ ਲਓ, ਫੇਰ ਲੈ ਜਾਂਗੀ। ਪੌੜੀਆਂ 'ਚੋਂ ਆਵਾਜ਼ ਆਈ। ਪੌੜੀਆਂ 'ਚੋਂ ਦਗੜ ਦਗੜ ਪ੍ਰਕਾਸ਼ ਦੀ ਉਤਰਨ ਦੀ ਆਵਾਜ਼ ਕੁਲਦੀਪ ਨੂੰ ਕਿਸੇ ਮਧੁਰ ਸਾਜ਼ ਦੀ ਸਰਗਮ ਨਾਲੋਂ ਵੀ ਮਿੱਠੀ ਤੇ ਸੁਖਦਾਈ ਜਾਪ ਰਹੀ ਸੀ। ਕਿੰਨਾ ਹੀ ਚਿਰ ਉਹਦੇ ਕੰਨਾਂ 'ਚ ਪ੍ਰਕਾਸ਼ ਦੇ ਵਾਕ ਗੂੰਜਦੇ ਰਹੇ। ਦੁੱਧ ਪੀਣ ਨੂੰ ਉਹਦਾ ਦਿਲ ਨਹੀਂ ਸੀ ਕਰਦਾ। ਇਹ ਗੱਲ ਨਹੀਂ ਸੀ, ਸਿਰਫ ਇੱਕ ਢੰਗ ਸੀ ਗੱਲਬਾਤ ਸ਼ੁਰੂ ਕਰਨ ਦਾ। ਪ੍ਰਕਾਸ਼ ਉਹਦੇ ਕਮਰੇ 'ਚ ਨਹੀਂ, ਉਹਦੀ ਕੋਈ ਕੱਦ ਕਿਰਨ ਕੁਲਦੀਪ ਦੇ ਹਿਰਦੇ 'ਚ ਟਮਕ ਰਹੀ ਸੀ। ਉਹਨੂੰ ਚੇਤਾ ਆਇਆ, ਉਹਨੂੰ ਤਾਂ ਪੁੱਛਣ ਵਾਲੀਆਂ ਗੱਲਾਂ 'ਚੋਂ ਪ੍ਰਕਾਸ਼ ਪਾਸੋਂ ਇੱਕ ਵੀ ਨਹੀਂ ਪੁੱਛੀ। ਵਰਿਆਮ ਸਿੰਘ ਦਾ ਉਹਦੇ ਨਾਲ ਕੀ ਸੰਬੰਧ ਹੈ? ਉਹਦਾ ਆਪਣਾ ਘਰ-ਬਾਰ ਕਿੱਥੇ ਹੈ? ਕਿਉਂ ਉਹਨੂੰ ਇਹ ਖਿਡਾਰੀ ਦੀ ਨੌਕਰੀ ਕਬੂਲ ਕਰਨੀ ਪਈ? ਉਹਨੇ ਏਡਾ ਸਲੀਕਾ ਕਿੱਥੋਂ ਸਿੱਖਿਆ? ਉਹ ਲੰਮਾ ਪਿਆ ਬਰਾਬਰ ਸੋਚ ਰਿਹਾ ਸੀ। ਸਤਵੰਤ ਗਈ, ਸਰੋਜ ਆਈ। ਸਰੋਜ ਤੋਂ ਬਾਅਦ ਇਹ ਕੀ ਸੱਚਮੁੱਚ ਮੈਂ ਕਿੰਨਾ ਪਾਪੀ ਹਾਂ। ਸੰਤਾਂ ਦੇ ਉਪਦੇਸ਼ਾਂ ਦਾ ਇਹ ਫਲ? ਲਾਹਨਤ, ਮੈਂ ਕਿੱਧਰ ਤੁਰਿਆ ਸੀ, ਕਿਹੜੇ ਪਾਸੇ ਜਾ ਨਿਕਲਿਆ? ਅਜੇ ਬਹੁਤ ਚਿਰ ਨਹੀਂ ਹੋਇਆ ਕਿ ਮੈਂ ਸਰੋਜ ਨੂੰ ਠੁਕਰਾ ਦਿੱਤਾ ਸੀ, ਕੇਵਲ ਇਸ ਲਈ ਕਿ ਉਹ ਮੋਹ ਮਾਇਆ ਦੇ ਜਾਲ 'ਚ ਫਸਣੋਂ ਮੈਂ ਡਰਦਾ ਸੀ। ਪਰ ਅੱਜ ਇੱਕ ਨੌਕਰਾਣੀ ਦੀਆਂ ਸੋਚਾਂ ਮੇਰੇ ਦਿਲ ਨੂੰ ਮੱਲੀ ਬੈਠੀਆਂ ਨੇ। ਉਹ ਪਾਪੀ ਮਨ, ਤੂੰ ਕਿੰਨਾ ਮੋੜ ਹੈ, ਕਿੰਨਾ ਨੀਚ। ਮੰਜੇ ਤੋਂ ਉੱਠਿਆ,
ਪੂੰਜੀ ਆਸਣ ਵਿਛਾਇਆ। ਚੌਕੜੀ ਮਾਰਨ ਤੋਂ ਪਹਿਲਾਂ ਉਹਦੀ ਨਜ਼ਰ ਦੁੱਧ ਵਾਲੇ ਗਲਾਸ 'ਤੇ ਜਾ ਪਈ। ਪੀਣ ਲਈ ਗਾਂਹ ਵਧਿਆ, ਪਰ ਫਿਰ ਸੋਚਣ ਲੱਗਾ, ਵਿਹਲਾ ਕਰ ਲਓ, ਫਿਰ ਲੈ ਜਾਵਾਂਗੀ ਤਾਂ ਕੀ ਉਹ ਇੱਕ ਵਾਰ ਫੇਰ ਆਏਗੀ? ਆਵੇ ਭਾਵੇਂ ਨਾ ਆਵੇ, ਮੈਨੂੰ ਕੀ। ਇੱਕ ਵਾਰ ਫੇਰ ਖਿਆਲ ਆਇਆ, ਉਹ ਆਏਗੀ ਤੇ ਗਲਾਸ ਭਰਿਆ ਵੇਖ ਕੇ ਨਾ ਪੀਣ ਦਾ ਕਾਰਨ ਪੁੱਛੇਗੀ। ਉਸ ਨਾਲ ਗੱਲਾਂ ਕਰਨ ਦਾ ਇੱਕ ਵਾਰੀ ਫੇਰ ਮੌਕਾ ਮਿਲ ਜਾਏਗਾ। ਨਹੀਂ, ਮੈਂ ਕੋਈ ਗੱਲ ਨਹੀਂ ਕਰਾਂਗਾ ਉਸ ਨਾਲ, ਉਸ ਵੱਲ ਤੱਕਾਂਗਾ ਵੀ ਨਹੀਂ। ਚੌਂਕੜੀ ਮਾਰ ਕੇ ਅੱਖਾਂ ਮੀਟ ਕੇ ਆਸਣ 'ਤੇ ਬੈਠ ਗਿਆ ਤੇ ਗੁਰਮੰਤਰ ਦਾ ਉਚਾਰਨ ਸ਼ੁਰੂ ਕੀਤਾ। ਪਰ ਉਚਾਰਨ ਕਿੰਨੇ ਕੁ ਮਿੰਟ ਜਾਰੀ ਰਿਹਾ, ਕਦੋਂ ਇਸ ਵੱਲੋਂ ਉਹਦਾ ਧਿਆਨ ਉਖੜ ਕੇ ਦੁੱਧ ਵਾਲੇ ਗਲਾਸ 'ਚ ਜਾ ਵੜਿਆ। ਉਹਨੂੰ ਕੋਈ ਪਤਾ ਨਹੀਂ ਸੀ। ਉਹ ਸਾਹਮਣੇ ਪ੍ਰਕਾਸ਼ ਖੜੀ ਪੁੱਛ ਰਹੀ ਸੀ, ਦੁੱਧ ਕਿਉਂ ਨਹੀਂ ਜੇ ਪੀਤਾ? ਤੇ ਉੱਤਰ 'ਚੋਂ ਕਹਿ ਰਿਹਾ ਸੀ, ਦਿਲ ਨਹੀਂ ਕਰਦਾ। ਕਿਉਂ ਨਹੀਂ ਕਰਦਾ? ਐਵੇਂ। ਕਿਉਂ? ਕੁਝ ਨਹੀਂ ਦਾ ਮਤਲਬ ਇਹੋ ਕਿ ਉਹਨੇ ਅੱਖਾਂ ਖੋਲ੍ਹੀਆਂ। ਪ੍ਰਕਾਸ਼ ਕਮਰੇ 'ਚ ਨਹੀਂ, ਬਲਕਿ ਉਹਦੇ ਦਿਲ ਵਿੱਚ ਸੀ। ਕਮਰੇ 'ਚ ਬਿਜਲੀ ਦਾ ਚਾਨਣ ਸੀ, ਪਰ ਇਸ 'ਚ ਉਹਨੂੰ ਹੋਰ ਕੁਝ ਨਹੀਂ ਸੀ ਦਿਸਦਾ। ਸਿਰਫ ਉਹ ਗਲਾਸ ਸਾਹਮਣੇ ਤਰਪਾਈ 'ਤੇ ਪਿਆ ਦਿਸ ਰਿਹਾ ਸੀ। ਉਹ ਆਪਣੇ ਆਪ 'ਤੇ ਝੁੰਝਲਾ ਉੱਠਿਆ। ਮੈਂ ਤਾਂ ਭਜਨ ਕਰ ਰਿਹਾ ਸੀ। ਕਿੱਧਰ ਚਲਾ ਗਿਆ? ਫਿਰ ਅੱਖਾਂ ਬੰਦ ਕੀਤੀਆਂ, ਪਰ ਵਿਅਰਥ। ਹੇਠਾਂ ਬਾਜ਼ਾਰ 'ਚੋਂ ਕਿਸੇ ਮੰਗਤੇ ਦੀ ਆਵਾਜ਼ ਆ ਰਹੀ ਸੀ, ਮਾਈ ਬੱਚਿਆਂ ਵਾਲੀਏ, ਕੋਈ ਫਕੀਰ ਨੂੰ ਦਿਵਾ, ਰੱਬ ਤੇਰੀ ਕਮਾਈ 'ਚ ਬਰਕਤ ਪਾਵੇ। ਕੁਲਦੀਪ ਨੂੰ ਕਚੀਚੀਆਂ ਆ ਰਹੀਆਂ ਸੀ। ਕਿੰਨੇ ਬੇਸਮਝ ਨੇ ਮੰਗਤੇ, ਜਾਣਦੇ ਨਹੀਂ ਕਿ ਇਹਨਾਂ ਦੀਆਂ ਕੰਨ ਖਾਣੀਆਂ ਆਵਾਜ਼ਾਂ ਕਿੰਨੇ ਲੋਕਾਂ ਨੂੰ ਬੇਆਰਾਮ ਕਰਦੀਆਂ ਨੇ। ਭਲਾ ਜੇ ਮੰਗਣਾ ਹੀ ਹੋਵੇ ਤਾਂ ਜ਼ਰਾ ਹੌਲੀ ਨਹੀਂ ਬੋਲਿਆ ਜਾਂਦਾ ਇਹਨਾਂ ਕੋਲੋਂ। ਉਹਨੇ ਉੱਠ ਕੇ ਬਾਜ਼ਾਰ ਵੱਲ ਦੀ ਬਾਰੀ ਬੰਦ ਕਰਤੀ, ਮੁੜ ਚੌਕੜੀ ਮਾਰ ਕੇ ਮੰਜੇ 'ਤੇ ਆ ਬੈਠਾ। ਅਭਿਆਸ ਸ਼ੁਰੂ ਕੀਤਾ। ਸਵਾਸਾਂ ਦੇ ਨਾਲ ਰਲ ਕੇ ਸ਼ਬਦ ਦੀ ਰੌਣ ਚੱਲਣ ਲੱਗੀ, ਪਰ ਜਿਹੜਾ ਸਵਾਦ ਆਇਆ ਕਰਦਾ ਸੀ, ਹੁਣ ਨਹੀਂ ਆ ਰਿਹਾ। ਬੱਤੀ ਜਗ ਰਹੀ ਸੀ। ਉਹਦੇ ਚਾਨਣ ਦਾ ਪੀਲਾ ਪੀਲਾ ਝੌਲਾ ਸ਼ਾਇਦ ਉਹਦੀਆਂ ਮੀਟੀਆਂ ਹੋਈਆਂ ਅੱਖਾਂ ਨੂੰ ਬੇਆਰਾਮ ਕਰਦਾ ਸੀ। ਉਹਨੇ ਉੱਠ ਕੇ ਬੱਤੀ ਬੁਝਾ ਦਿੱਤੀ। ਕਮਰੇ 'ਚ ਹਨੇਰਾ ਹੋ ਗਿਆ। ਫੇਰ ਬੈਠਾ। ਕਮਰੇ 'ਚ ਬੋਲ ਰਹੀ ਇੱਕ ਟਿੱਡੀ ਉਹਦੀ ਬਿਰਤੀ ਟਿਕਣ ਨਹੀਂ ਸੀ ਦਿੰਦੀ। ਉਹ ਡਾਢਾ ਕਾਹਲਾ ਪੈ ਗਿਆ। ਫਿਰ ਬੱਤੀ ਜਗਾਈ। ਕੰਧਾਂ ਉੱਤੇ ਨਜ਼ਰਾਂ ਫੇਰਦਾ, ਕੰਨਾਂ ਨਾਲ ਟਿੱਡੀ ਦੀ ਆਵਾਜ਼ ਦਾ ਜਾਇਜ਼ਾ ਲੈਂਦਾ ਹੋਇਆ ਕਮਰੇ 'ਚ ਫਿਰਨ ਲੱਗਾ। ਉਹ ਸਾਹਮਣੀ ਕੰਧ ਵੱਲ ਜਾਂਦਾ ਮਾਲੂਮ ਹੁੰਦਾ ਟਿੱਡੀ ਪਿਛਲੀ ਕੰਧ ਵੱਲ ਬੋਲ ਰਹੀ ਹੈ। ਪਿਛਲੀ ਵੱਲ ਮੁੜਦਾ ਆਵਾਜ਼ ਸੱਜੇ ਪਾਸੇ ਆਉਣ ਦਾ ਭੁਲੇਖਾ ਪੈਂਦਾ। ਹਾਰ ਹੁੱਟ ਕੇ ਉਹ ਖਿਝ ਭਰੀ ਹੈਰਾਨੀ ਨਾਲ ਸੋਚ ਰਿਹਾ ਸੀ, ਇਹ ਕੰਬਖਤ ਅੱਗੇ ਤੇ ਕਦੇ ਬੋਲਦੀ ਸੁਣੀ ਨਹੀਂ ਸੀ, ਅੱਜ ਕੀ ਹੋ ਗਿਆ ਇਹਨੂੰ? ਉਹਨੇ ਤਲਾਈ 'ਚੋਂ ਥੋੜ੍ਹਾ ਜਿਹਾ ਰੂੰ ਕੱਢ ਕੇ ਕੰਨਾਂ 'ਚ ਧੁੰਨ ਲਿਆ। ਹੁਣ ਟਿੱਡੀ ਦੀ ਆਵਾਜ਼ ਨਹੀਂ ਸੀ ਸੁਣਾਈ ਦਿੰਦੀ, ਪਰ ਕਈਆਂ ਟਿੱਡੀਆਂ ਜਿੰਨੀ ਆਵਾਜ਼ ਉਹਦੇ ਕੰਨਾਂ 'ਚ ਗੂੰਜ ਰਹੀ ਸੀ, ਟੀ ਤਾਂ ਘੂੰ ਦੀ। ਉਹਨੇ ਕੰਨਾਂ 'ਚ ਰੂੰ ਦੇ ਤੂੰਬੇ ਕੱਢ ਸੁੱਟੇ। ਕੀ ਪਤਾ ਕੋਈ ਉੱਪਰ ਆ ਕੇ ਮੈਨੂੰ ਆਵਾਜ਼ ਦੇਵੇ ਤੇ ਮੈਂ ਸੁਣ ਹੀ ਨਾ ਸਕਾਂ। ਰਾਤ ਦਾ ਬਹੁਤ ਸਾਰਾ ਹਿੱਸਾ ਉਹਨੇ ਬੜੀ ਬੇਆਰਾਮੀ 'ਚ ਕੱਟਿਆ ਤੇ ਅਖੀਰ ਉਹਦੀ ਅੱਖ ਲੱਗ ਗਈ। ਕਲੌਕ ਦੀ ਟਨ ਟਨ ਸੁਣ ਕੇ ਉਹ ਜਾਗ ਉੱਠਿਆ। ਉਹਦਾ ਖਿਆਲ ਸੀ 3 ਵੱਜ ਗਏ ਨੇ ਤੇ ਭਜਨ ਅਭਿਆਸ ਦਾ ਵੇਲਾ ਹੋ ਗਿਆ ਹੈ। ਪਰ 3 ਤੋਂ ਬਾਅਦ ਜਦ ਚੌਥੀ ਟਨ ਵੱਜੀ, ਉਹ ਦੁੱਖ ਅਨੁਭਵ ਕਰਨ ਲੱਗਾ। ਉਹ ਕਿਉਂ ਇੰਨਾ ਚਿਰ ਸੁੱਤਾ ਰਿਹਾ, ਜਦ ਕਿ 3 ਵਜੇ ਜਾਗਣਾ ਉਹਦਾ ਨਿਯਮ ਸੀ। ਪਰ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਜਦ ਚੌਥੀ ਤੋਂ ਬਾਅਦ 5ਵੀਂ ਟਨਕਾਰ ਉਹਦੇ ਕੰਨੀ ਪਈ। ਉਹ ਛੇਤੀ ਨਾਲ ਕਮਰੇ ਦਾ ਬੂਹਾ ਖੋਲ੍ਹਣ ਲਈ ਉੱਠਿਆ ਹੀ ਸੀ ਕਿ 6ਵੀਂ ਟਨਕਾਰ, ਫਿਰ 7ਵੀਂ ਤੇ ਅਖੀਰ ਇਹ 12 ਤੇ ਜਾ ਕੇ ਖਤਮ ਹੋਈ। ਕੀ ਅਜੇ ਕੁੱਲ 12 ਹੀ ਵੱਜੇ ਨੇ? ਉਹਨੇ ਗੰਭੀਰਤਾ ਨਾਲ ਸੋਚਿਆ। ਰਾਤ ਲੰਮੀ ਹੋ ਗਈ ਹੈ ਜਾਂ ਘੜੀ 'ਚ ਹੀ ਕੋਈ ਨੁਕਸ ਪੈ ਗਿਆ? ਉਹ ਲੰਮਾ ਪੈ ਗਿਆ ਤੇ ਉਹਨੂੰ ਨੀਂਦਰ ਆ ਗਈ। ਅੰਗ 18ਵਾਂ। ਜ਼ਿੰਦਗੀ ਦੇ ਦੁਮੇਲ 'ਤੇ ਕਈ ਵਾਰ ਕੋਈ ਅਜਿਹੀ ਘਟਨਾ ਹੋ ਜਾਂਦੀ ਹੈ ਜਿਹਦਾ ਸਮਝ ਸਕਣਾ ਆਦਮੀ ਦੀ ਸਮਝ ਤੋਂ ਪਰੇ ਹੁੰਦਾ ਹੈ। ਅੱਜ ਤੋਂ 3 ਮਹੀਨੇ ਪਹਿਲਾਂ ਵਰਿਆਮ ਸਿੰਘ ਦੇ ਘਰ 'ਚ ਜਿਸ ਘਿਰਣਤ ਦ੍ਰਿਸ਼ ਨੂੰ ਸਰੋਜ ਵੇਖ ਕੇ ਆਈ ਸੀ, ਉਹਨੇ ਉਹਦੇ ਦਿਲ 'ਚ ਹੀ ਨਹੀਂ, ਜੀਵਨ 'ਚ ਕੋਈ ਅਜੀਬ ਕਿਸਮ ਦੀ ਅਦਲਾ ਬਦਲੀ ਲੈ ਆਂਦੀ। ਉਹਨੂੰ ਉਦਣ ਪਹਿਲੀ ਵਾਰ ਪਤਾ ਲੱਗਾ ਕਿ ਵਰਿਆਮ ਸਿੰਘ ਦਾ ਜੀਵਨ ਕੇਂਦਰ ਕਿੰਨਾ ਮਹਾਨ ਹੈ। ਕੀ ਕੋਈ ਆਦਮੀ ਇਹੋ ਜਿਹੇ ਕੰਮ ਨੂੰ ਹੱਥ ਪਾ ਸਕਦਾ ਸੀ ਜਿਹਨੂੰ ਭਾਪੇ ਨੇ ਪਾਇਆ? ਸਰੋਜ ਦੇ ਦਿਲ 'ਚ ਪਛਤਾਵਾ ਸੀ, ਅਰਮਾਨ ਸੀ, ਤੀਬਰਤਾ ਸੀ। ਪਛਤਾਵਾ ਇਸ ਗੱਲ ਦਾ ਕਿ ਮਾਨਵ ਸੇਵਾ ਦਾ ਇੱਕ ਸੁਨਹਿਰੀ ਮੌਕਾ ਉਹਨੇ ਗਵਾ ਲਿਆ। ਅਰਮਾਨ ਇਸ ਗੱਲ ਦਾ ਕਿ ਕਾਸ਼ ਉਹ ਮਰਦ ਹੁੰਦੀ ਤੇ ਇਹੋ ਜਿਹੇ ਮਨੁੱਖ ਦਾ ਸਾਥ ਨਿਭਾਉਂਦੀ। ਤੀਬਰਤਾ ਸੀ ਵਰਿਆਮ ਸਿੰਘ ਨੂੰ ਮੁੜ ਮਿਲਣ ਦੀ, ਪਰ ਇਹਨਾਂ ਮਹੀਨਿਆਂ 'ਚ ਉਹਨੇ ਇੱਕ ਵਾਰ ਵੀ ਵਰਿਆਮ ਸਿੰਘ ਦੀ ਸ਼ਕਲ ਨਹੀਂ ਵੇਖੀ। ਉਹ ਸੋਚਦੀ ਪਾਪਾ ਕਿੱਡੇ ਕਠਿਨ ਕੰਮ ਨੂੰ ਹੱਥ ਪਾ ਬੈਠਾ ਸੀ, ਪਰ ਕੀ ਉਹ ਮਰਨਾਊ ਮੁਟਿਆਰ ਦੀ ਜਾਨ ਬਚਾ ਸਕਿਆ ਹੋਏਗਾ? ਏਡਾ ਡੂੰਘਾ ਤੇ ਗੰਦਾ ਜ਼ਖਮ, ਇਹ ਅਸੰਭਵ ਹੈ ਕਿ ਮੈਂ ਉਹਦਾ ਇਹੋ ਜਿਹੇ ਕੰਮਾਂ 'ਚ ਸਾਥ ਦੇ ਸਕਦੀ ਸੀ।
ਜਿਸ ਦੀ ਮੇਰੇ ਤੇ ਆਸ ਰੱਖ ਕੇ ਉਹਨੇ ਮੈਨੂੰ ਸੱਦ ਭੇਜਿਆ ਸੀ। ਸ਼ਾਇਦ ਦੇ ਸਕਦੀ ਸਾਂ, ਪਰ ਸਿਰਫ ਇੱਕੋ ਹਾਲਤ ਵਿੱਚ, ਜੀਵਨ ਦੀ ਸਾਥਣ ਬਣ ਕੇ, ਜਿਹੜਾ ਅਸੰਭਵ ਹੈ। ਤਾਂ ਫਿਰ ਮੇਰਾ ਇਹ ਜੀਵਨ ਕੀ ਹੋਇਆ? ਕਿਸ ਮਰਜ਼ ਦੀ ਦਵਾ? ਮਾਪਿਆਂ ਦੇ ਘਰ ਜਨਮ ਕੀ ਮੈਂ ਅੰਨ ਗੰਦਾ ਕਰਨ ਲਈ ਲਿਆ ਸੀ? ਨਾ ਆਪਣਾ ਤੇ ਨਾ ਬਗਾਨਾ ਕੁਝ ਸਵਾ ਸਕੀ। ਆਖਰ ਮੈਂ ਕੀ ਹਾਂ, ਕਿਉਂ ਹਾਂ, ਕਾਹਦੇ ਲਈ ਹਾਂ? ਕੀ ਹਾਂ ਤੇ ਕਿਉਂ ਹਾਂ ਦਾ ਉੱਤਰ ਤਾਂ ਉਹਦੇ ਆਪਣੇ ਅੰਦਰੋਂ ਮਿਲ ਸਕਦਾ ਸੀ, ਪਰ ਕਾਹਦੇ ਲਈ ਹਾਂ ਇੱਕ ਐਸਾ ਪ੍ਰਸ਼ਨ ਸੀ ਜਿਹਦਾ ਉਸ ਪਾਸ ਕੋਈ ਉੱਤਰ ਨਹੀਂ ਸੀ। ਵੱਡੇ ਵੇਲੇ ਸਰੋਜ ਨੇ ਨੌਕਰ ਹੱਥ ਵਰਿਆਮ ਸਿੰਘ ਨੂੰ ਸੁਨੇਹਾ ਭੇਜਿਆ ਸੀ ਕਿ ਸ਼ਾਮ ਨੂੰ ਜ਼ਰੂਰ ਆਏ, ਤੇ ਉਹਨੇ ਸਰੋਜ ਦੀ ਮੰਗ ਸਵੀਕਾਰ ਕਰ ਲਈ ਸੀ। ਉਹਨੇ ਸਾਰੀ ਦਿਹਾੜੀ ਵਰਿਆਮ ਸਿੰਘ ਦੀ ਉਡੀਕ 'ਚ ਬਿਤਾਈ। ਸ਼ਾਮ ਦੇ 5 ਵਜੇ ਬਾਊ ਗੰਗਾ ਵਿਸ਼ਨ ਕਲੱਬ 'ਚੋਂ ਮੁੜ ਕੇ ਘਰ ਆਇਆ। ਉਹਦੇ ਚਿਹਰੇ 'ਤੇ ਚਿੰਤਾ ਦੇ ਭਾਵ ਵੇਖ ਕੇ ਸਰੋਜ ਨੇ ਆਉਂਦੇ ਪੁੱਛਿਆ, ਬਾਊ ਜੀ ਕੀ ਗੱਲ, ਅੱਜ ਤੁਸੀਂ ਸੁਸਤ ਜੇ ਜਾਪਦੇ ਹੋ? ਕੁਝ ਨਹੀਂ ਪੁੱਤਰ, ਕਹਿ ਕੇ ਗੰਗਾ ਵਿਸ਼ਨ ਨੇ ਕਮਰੇ 'ਚ ਜਾ ਕੇ ਕੋਟ ਪੈਂਟ ਉਤਾਰੇ, ਧੇੜ ਧੋਤੀ ਬੱਧੀ, ਆਰਾਮ ਕੁਰਸੀ 'ਤੇ ਸਿਰ ਪਿਛਾਂਹ ਸੁੱਟ ਕੇ ਲੇਟ ਗਿਆ। ਉਹਦੀ ਨਜ਼ਰ ਛੱਤ 'ਤੇ ਗੱਡੀ ਸੀ। ਮਗਰੇ ਸਰੋਜ ਵੀ ਆ ਪਹੁੰਚੀ। ਗੰਗਾ ਵਿਸ਼ਨ ਦਾ ਮੋਢਾ ਫੜ ਕੇ ਬੋਲੀ, ਕਿਉਂ ਬਾਊ ਜੀ? ਉੱਤਰ ਦੇਣ ਦੀ ਥਾਂ ਗੰਗਾ ਵਿਸ਼ਨ ਨੇ ਠੰਡਾ ਸਾਹ ਭਰਿਆ। ਸਰੋਜ ਨੂੰ ਨਿਸ਼ਚਾ ਹੋ ਗਿਆ ਕਿ ਅੱਜ ਕੋਈ ਨਾ ਕੋਈ ਗੱਲ ਜ਼ਰੂਰ ਹੈ। ਉਹ ਚੁੱਪ ਹੋ ਗਈ, ਘੜੀ ਮੁੜੀ ਪੁੱਛਣ ਦਾ ਹੀ ਹਿਆ ਨਾ ਕਰ ਸਕੀ। ਥੋੜ੍ਹਾ ਚਿਰ ਕਮਰੇ 'ਚ ਖਾਮੋਸ਼ੀ ਛਾਈ ਰਹੀ। ਫਿਰ ਗੰਗਾ ਵਿਸ਼ਨ ਨੇ ਸਰੋਜ ਵੱਲ ਤੱਕਦਿਆਂ ਕਿਹਾ, ਸਰੋਜ ਪੁੱਤਰ। ਕਹਿੰਦਾ ਉਹ ਚੁੱਪ ਕਰ ਗਿਆ। ਸਰੋਜ ਕੁਝ ਘਬਰਾ ਕੇ ਬੋਲੀ, ਚੁੱਪ ਕਿਉਂ ਕਰ ਗਏ? ਮੈਂ ਸੋਚਣਾ ਵਾਂ। ਗੰਗਾ ਵਿਸ਼ਨ ਦੀ ਆਵਾਜ਼ ਰੁਕ ਗਈ। ਤੂੰ ਮੇਰੀ ਗੱਲ ਦਾ ਗੁੱਸਾ ਤੇ ਨਹੀਂ ਕਰੇਂਗੀ? ਨਹੀਂ ਬਾਊ ਜੀ, ਦੱਸੋ। ਤੇ ਡਰੇਂਗੀ ਵੀ ਨਹੀਂ? ਨਹੀਂ। ਪਰ ਸਰੋਜ ਦਾ ਦਿਲ ਬਿਨਾਂ ਗੱਲ ਸੁਣਨ ਤੋਂ ਹੀ ਡਰ ਨਾਲ ਧੜਕ ਰਿਹਾ ਸੀ। ਤੂੰ ਉਸ ਦਿਨ ਰਾਤੀ ਵਰਿਆਮ ਸਿੰਘ ਦੇ ਮਕਾਨ 'ਤੇ ਗਈ ਸੀ? ਕਹਿੰਦਿਆਂ ਗੰਗਾ ਵਿਸ਼ਨ ਦੇ ਚਿਹਰੇ 'ਤੇ ਨਮੋਸ਼ੀ ਦੀ ਕਾਲਖ ਜਿਹੀ ਛਾ ਗਈ। ਪਹਿਲਾਂ ਤਾਂ ਸਰੋਜ ਸਹਿਮੀ, ਪਰ ਝੱਟ ਹੀ ਉਹਦੇ ਅੰਦਰ ਦਲੇਰੀ ਦਾ ਭਾਵ ਜਾਗਿਆ, ਜਿਹੜੀ ਇੱਕ ਬੇਗੁਨਾਹ 'ਚ ਕਦੀ ਜਾਗ ਪੈਂਦੀ ਹੈ। ਗਈ ਸਾਂ ਬਾਊ ਜੀ, ਪਰ ਮੈਨੂੰ ਤੇ ਪਤਾ ਨਹੀਂ। ਤੁਸੀਂ ਉਸ ਵੇਲੇ ਹੋਸ਼ 'ਚ ਨਹੀਂ ਸੋ। ਰਾਤ ਦੇ 10 ਵਜੇ ਸਨ। ਕੋਈ ਜ਼ਰੂਰੀ ਕੰਮ ਸੀ? ਹਾਂ ਬਾਊ ਜੀ, ਪਾਪਾ ਜੀ ਨੇ ਸੱਦ ਭੇਜਿਆ ਸੀ। ਪਾਪਾ ਜੀ ਦਾ ਸੱਦ ਭੇਜਣਾ ਹੀ ਜ਼ਰੂਰੀ ਕੰਮ ਸੀ? ਇਹਦਾ ਮਤਲਬ ਮੇਰੀ ਸਮਝ 'ਚ ਨਹੀਂ ਆ ਰਿਹਾ। ਗੰਗਾ ਵਿਸ਼ਨ ਦੇ ਚਿਹਰੇ 'ਤੇ ਸਰੋਜ ਨੂੰ ਕ੍ਰੋਧ ਦੀ ਪਤਲੀ ਜਿਹੀ ਝਲਕ ਦਿਖਾਈ ਦਿੱਤੀ। ਦਲੇਰੀ ਨਾਲ ਬੋਲੀ, ਉਹਨਾਂ ਨੇ ਇੱਕ ਮਰੀਜ਼ ਦੀ ਦੇਖਭਾਲ ਲਈ ਮੈਨੂੰ ਸੱਦਿਆ ਸੀ, ਤਾਂ ਕਿ ਇਹਦਾ ਮਤਲਬ ਇਹ ਸਮਝਾਂ ਕਿ ਤੂੰ ਡਾਕਟਰੀ ਦਾ ਵੀ ਕੋਈ ਡਿਪਲੋਮਾ ਹਾਸਲ ਕਰ ਚੁੱਕੀ ਹੈ? ਗੰਗਾ ਵਿਸ਼ਨ ਨੇ ਤਲਖ ਜਿਹਾ ਸਵਾਲ ਕੀਤਾ। ਇਸ ਵਿਅੰਗ ਨੂੰ ਸਰੋਜ ਦਾ ਦਿਲ ਬਰਦਾਸ਼ਤ ਨਾ ਕਰ ਸਕਿਆ। ਜੇ ਨਿਰਾ ਵਿਅੰਗ ਹੀ ਹੁੰਦਾ ਤਾਂ ਹੋਰ ਗੱਲ ਸੀ, ਪਰ ਇਹਦੇ ਪਿੱਛੇ ਉਹਨੂੰ ਸ਼ੱਕ ਦਾ ਪਰਛਾਵਾਂ ਜੋ ਦਿਖਾਈ ਦੇ ਰਿਹਾ ਸੀ। ਉਹ ਆਪਣੇ ਗੁੱਸੇ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਬੋਲੀ, ਡਾਕਟਰੀ ਮੈਂ ਨਹੀਂ ਜਾਣਦੀ, ਪਰ ਮਰੀਜ਼ ਕਿਉਂਕਿ ਇੱਕ ਲੜਕੀ ਸੀ, ਇਸ ਲਈ ਮੇਰਾ ਉਹਦੇ ਕੋਲ ਹੋਣਾ ਪਾਪਾ ਜੀ ਨੇ ਜ਼ਰੂਰੀ ਸਮਝਿਆ ਸੀ। ਪਰ ਤੂੰ ਨਹੀਂ ਜਾਣਦੀ, ਇਸੇ ਕਰਕੇ ਲੋਕਾਂ 'ਚ ਚੇਮਗੋਈਆਂ ਹੋ ਰਹੀਆਂ ਨੇ। ਗੰਗਾ ਵਿਸ਼ਨ ਨੇ ਦੁੱਖ ਭਰੀ ਆਵਾਜ਼ 'ਚ ਕਿਹਾ। ਕੀ ਚੇਮਗੋਈਆਂ ਬਾਊ ਜੀ? ਇਹੋ ਕਿ ਵਰਿਆਮ ਸਿੰਘ ਚੰਗਾ ਆਦਮੀ ਨਹੀਂ। ਗੰਗਾ ਵਿਸ਼ਨ ਨੇ ਦੱਬੀ ਆਵਾਜ਼ 'ਚ ਪਰ ਕ੍ਰੋਧ ਨੂੰ ਲੁਕਾਉਂਦਿਆਂ ਕਿਹਾ। ਸਰੋਜ ਕੁਝ ਬੋਲਦੀ ਹੈ ਤੋਂ ਪਹਿਲੇ ਹੀ ਗੰਗਾ ਵਿਸ਼ਨ ਨੇ ਪ੍ਰਸ਼ਨ ਕੀਤਾ, ਪਰ ਉਹ ਬਿਮਾਰ ਲੜਕੀ ਕੌਣ ਸੀ? ਤੂੰ ਜਾਣਦੀ ਸੀ ਉਹਨੂੰ? ਨਹੀਂ, ਸਰੋਜ ਨੇ ਗਿਲਾਨੀ 'ਚ ਕਿਹਾ। ਉਹ ਸੋਚ ਰਹੀ ਸੀ ਕਿ ਮੇਰਾ ਪਿਤਾ ਵੀ ਮੇਰੇ 'ਤੇ ਸ਼ੱਕ ਕਰ ਸਕਦਾ ਹੈ। ਗੰਗਾ ਵਿਸ਼ਨ ਨੇ ਪੁੱਛਿਆ, ਉਸ ਰਾਤ ਤੈਨੂੰ ਰਾਹ 'ਚ ਜਾਂਦਿਆਂ ਆਉਂਦਿਆਂ ਕੋਈ ਮਿਲਿਆ ਸੀ? ਹਾਂ, ਕੁਲਦੀਪ ਨੂੰ ਮੈਂ ਇੱਕ ਸ਼ਰੀਫ ਲੜਕਾ ਸਮਝਦਾ ਸਾਂ। ਉਹ ਇਸ ਨਿੱਕੀ ਜਿਹੀ ਗੱਲ ਨੂੰ ਲੈ ਕੇ ਸਾਰੇ ਸ਼ਹਿਰ 'ਚ ਭੰਡੇ ਪਾ ਦੇਗਾ, ਇਹਦੀ ਮੈਨੂੰ ਉਹ ਤੋਂ ਉਮੀਦ ਨਹੀਂ ਸੀ। ਕੁਲਦੀਪ ਦੀ ਗੱਲ ਛੱਡੋ ਬਾਊ ਜੀ, ਸਰੋਜ ਨੇ ਹੌਕਾ ਰੋਕਦਿਆਂ ਕਿਹਾ। ਪਰ ਪਾਪਾ ਜੀ, ਤੁਸੀਂ ਕੀ ਖਿਆਲ ਕਰਦੇ ਹੋ? ਤੇ ਉਹਨੇ ਪ੍ਰਸ਼ਨ ਸੂਚਕ ਨਜ਼ਰ ਨਾਲ ਪਿਓ ਵੱਲ ਤੱਕਿਆ। ਵਰਿਆਮ ਸਿੰਘ ਨੂੰ? ਕਹਿੰਦਾ ਗੰਗਾ ਵਿਸ਼ਨ ਕਿਸੇ ਡੂੰਘੇਰੀ ਸੋਚ ਵਿੱਚ ਜਾ ਪਿਆ। ਸਰੋਜ ਨੇ ਆਪਣਾ ਪ੍ਰਸ਼ਨ ਇੱਕ ਵਾਰੀ ਫੇਰ ਦੁਹਰਾਇਆ, ਜਿਹਦੇ ਉੱਤਰ 'ਚ ਗੰਗਾ ਵਿਸ਼ਨ ਨੇ ਸਿਰ ਚੁੱਕਿਆ। ਸਰੋਜ ਨੇ ਵੇਖਿਆ ਉਹਦੇ ਚਿਹਰੇ 'ਤੇ ਘਬਰਾਹਟ ਦੇ ਚਿੰਨ੍ਹ ਸਨ। ਉਹ ਕੁਝ ਠਰਮੇ ਦਾ ਆਸਰਾ ਲੈ ਕੇ ਬੋਲਿਆ, ਉਹ ਆਦਮੀ ਮਾੜਾ ਤੇ ਨਹੀਂ, ਪਰ ਸ਼ਾਇਦ ਇੱਜ਼ਤਦਾਰ ਵੀ ਨਹੀਂ। ਬਾਊ ਜੀ, ਸਰੋਜ ਨੇ ਫਿਲਾਸਫਾਨਾ ਜਿਹੇ ਲਹਿਜੇ 'ਚ ਪੁੱਛਿਆ, ਸਾਰੇ ਇੱਜ਼ਤਦਾਰ ਚੰਗੇ ਹੁੰਦੇ ਨੇ? ਉਹਨਾਂ 'ਚ ਕੋਈ ਐਬ ਨਹੀਂ ਹੁੰਦਾ? ਤੇ ਇੱਕ ਚੰਗੇ ਆਦਮੀ ਲਈ ਸੰਸਾਰਕ ਵੱਡਪਣ ਵੀ ਜ਼ਰੂਰੀ ਹੈ? ਗੰਗਾ ਵਿਸ਼ਨ ਦੀ ਧੀ ਨੇ ਦੇ ਪ੍ਰਸ਼ਨ ਨੂੰ ਆਪਣੇ ਉੱਤੇ ਗੁੱਝੀ ਚੋਟ ਖਿਆਲ ਕੀਤਾ। ਸ਼ਾਇਦ ਉਹ ਸੋਚ ਰਿਹਾ ਸੀ, ਮੈਂ ਵੀ ਤਾਂ ਇੱਜ਼ਤਦਾਰ ਹਾਂ, ਪਰ ਕੀ ਇਹਦੇ ਨਾਲ ਚੰਗਾ ਵੀ ਹਾਂ? ਅੱਵਲ ਦਰਜੇ ਦਾ ਸ਼ਰਾਬੀ। ਉਹਨੇ ਉੱਤਰ ਨਾ ਦਿੱਤਾ। ਸਰੋਜ ਫੇਰ ਬੋਲੀ,
ਲੋਕਾਂ ਦੀ ਗੱਲ ਛੱਡੋ ਬਾਊ ਜੀ, ਜੇ ਤੁਸੀਂ ਵੀ ਪਾਪਾ ਵਰਿਆਮ ਸਿੰਘ ਨੂੰ ਚੰਗਾ ਆਦਮੀ ਨਹੀਂ ਸਮਝਦੇ ਤਾਂ ਮੈਨੂੰ ਕਹਿ ਦਿਓ, ਮੈਂ ਉਸ ਨਾਲ ਕਦੇ ਨਹੀਂ ਬੋਲਾਂ ਵਰਤਾਂਗੀ। ਮੈਂ ਜਾਣਦੀ ਹਾਂ ਤੁਸੀਂ ਦਿਲੋਂ ਉਹਨੂੰ ਮਾੜਾ ਆਦਮੀ ਨਹੀਂ ਸਮਝਦੇ, ਪਰ ਜੇ ਤੁਸੀਂ ਮੈਨੂੰ ਇੱਕ ਵਾਰ ਇਸ਼ਾਰਾ ਵੀ ਕਰ ਦਿਓ ਤਾਂ ਮੈਂ ਉਸ ਵੱਲ ਤੱਕਾਂਗੀ ਵੀ ਨਹੀਂ, ਭਾਵੇਂ ਮੈਂ ਉਹਨੂੰ ਆਮ ਆਦਮੀਆਂ ਨਾਲੋਂ ਕਿੰਨਾ ਹੀ ਉੱਚਾ ਸਮਝਦੀ ਹੋਵਾਂ। ਕਹਿੰਦਿਆਂ ਸਰੋਜ ਦੇ ਨਕਸ਼ਾਂ 'ਤੇ ਐਸਾ ਜਲਾਲ ਟਪਕਣ ਲੱਗਾ ਜਿਹਨੂੰ ਝੱਲਣਾ ਗੰਗਾ ਵਿਸ਼ਣ ਲਈ ਮੁਸ਼ਕਿਲ ਹੋ ਗਿਆ। ਉਹ ਮੁਜਰਮ ਵਾਲੀ ਆਵਾਜ਼ 'ਚ ਬੋਲਿਆ, ਨਹੀਂ, ਮੈਂ ਨਹੀਂ ਕਹਿੰਦਾ ਉਹਦੀ ਚੰਗਿਆਈ 'ਚ ਮੈਨੂੰ ਕਦੇ ਸ਼ੱਕ ਨਹੀਂ ਹੋ ਸਕਦਾ। ਗੱਲ ਟੋਕ ਕੇ ਸਰੋਜ ਬੋਲੀ, ਤੇ ਮੇਰੀ ਚੰਗਿਆਈ 'ਚ ਹੋ ਸਕਦਾ ਬਾਊ ਜੀ? ਸਰੋਜ ਦੀਆਂ ਅੱਖਾਂ 'ਚ ਹਿਪਨੋਟਾਈਜ਼ਰ ਵਾਲੀ ਕਸ਼ਿਸ਼ ਸੀ ਜਿਹਨੇ ਗੰਗਾ ਵਿਸ਼ਨ ਦਾ ਗਲਾ ਖੁਸ਼ਕ ਤੇ ਅੱਖਾਂ ਨੀਵੀਆਂ ਕਰ ਦਿੱਤੀਆਂ। ਉਹ ਇਸ ਵੇਲੇ ਆਪਣੇ ਆਪ ਨੂੰ ਸਰੋਜ ਦਾ ਦੋਸ਼ੀ ਸਮਝ ਰਿਹਾ ਸੀ। ਆਪਣੀ ਸ਼ਰਮਿੰਦਗੀ ਦਾ ਉਸ ਪਾਸ ਇੱਥੋਂ ਹਟ ਜਾਣ ਤੋਂ ਬਿਨਾਂ ਕੋਈ ਇਲਾਜ ਨਹੀਂ ਸੀ। ਉਹਨੇ ਸੋਟੀ ਹੱਥ ਫੜੀ, ਸੈਰ ਕਰਨ ਲਈ ਬਾਹਰ ਨਿਕਲ ਗਿਆ ਤੇ ਸਰੋਜ ਉਸੇ ਤਰ੍ਹਾਂ ਬੁੱਤ ਬਣੀ ਬੈਠੀ ਰਹੀ। ਗੰਗਾ ਵਿਸ਼ਨ ਨੂੰ ਗਿਆ ਅਜੇ ਮਸੇ ਅੱਧਾ ਘੰਟਾ ਗੁਜ਼ਰਿਆ ਕਿ ਵਰਿਆਮ ਸਿੰਘ ਆ ਪਹੁੰਚਿਆ। ਸਰੋਜ ਦੇ ਚਿਹਰੇ 'ਤੇ ਅੱਥਰੂ ਤੁਰ ਰਹੇ ਸਨ। ਉਹਨੇ ਸਿਰ ਚੁੱਕਿਆ। ਵਰਿਆਮ ਸਿੰਘ ਨੇ ਕਾਹਲੀ ਨਾਲ ਪੁੱਛਿਆ, ਇਹ ਕੀ ਸਰੋਜ? ਸਰੋਜ ਦੀ ਜ਼ਬਾਨ ਨਾ ਖੁੱਲ੍ਹੀ। ਅਖੀਰ ਉਹਦੇ ਬਹੁਤ ਜ਼ੋਰ ਦੇਣ 'ਤੇ ਬੋਲੀ, ਪਾਪਾ ਜੀ, ਜੇ ਤੁਸੀਂ ਅੱਧਾ ਘੰਟਾ ਪਹਿਲੇ ਆ ਜਾਂਦੇ ਤਾਂ ਮੇਰੇ ਵਾਸਤੇ ਬੜੀ ਮੁਸੀਬਤ ਬਣਨੀ ਸੀ। ਮੈਂ ਤੁਹਾਡੇ ਸਾਹਮਣੇ ਤੁਹਾਡੀ ਨਿਰਾਦਰੀ ਨਹੀਂ ਸੀ ਸਹਾਰ ਸਕਣੀ। ਤੇ ਉਹਨੇ ਅੱਜ ਦੀ ਵਿਥਿਆ ਉਹਨੂੰ ਸੁਣਾ ਦਿੱਤੀ, ਜਿਹਨੂੰ ਸੁਣ ਕੇ ਵਰਿਆਮ ਸਿੰਘ 'ਤੇ ਕੋਈ ਖਾਸ ਅਸਰ ਨਹੀਂ ਹੋਇਆ। ਉਂਝ ਹੀ ਉਹਦਾ ਚਿਹਰਾ ਅੱਜ ਗੰਭੀਰ ਸੀ। ਉਹ ਉਸੇ ਗੰਭੀਰਤਾ 'ਚ ਬੋਲਿਆ, ਜਦ ਸਾਰੇ ਲੋਕੀ ਇਹੋ ਕੁਝ ਆਖ ਰਹੇ ਨੇ ਤਾਂ ਬਾਊ ਜੀ ਨੇ ਵੀ ਆਖ ਲਿਆ, ਕੀ ਫਰਕ ਪੈ ਗਿਆ? ਕੀ ਆਖ ਰਹੇ ਨੇ ਲੋਕ? ਸਰੋਜ ਨੇ ਘਬਰਾਈ ਜਿਹੀ ਆਵਾਜ਼ ਵਿੱਚ ਪੁੱਛਿਆ। ਧੰਨਵਾਦ। ਚੱਲਦਾ।